ਸਤਿ ਸ਼੍ਰੀ ਅਕਾਲ ਜੀ। ਮੈਂ ਪਰਮੇਸ਼ਰ ਸਿੰਘ ਬੇਰਕਲਾਂ ਤੇ ਤੁਸੀਂ ਵੇਖ ਰਹੇ ਹੋ ਪੰਜ ਪਾਣੀ ਐਕਸਪ੍ਰੈਸ। ਅੱਜ ਸਾਡੇ ਨਾਲ ਨੇ ਪੰਥ ਦੀ ਇੱਕ ਬਹੁਤ ਹੀ ਮਾਇਆਨਾਜ਼ ਹਸਤੀ ਜਥੇਦਾਰ ਸੁਖਦੇਵ ਸਿੰਘ ਜੀ ਭੌਰ। ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋਏ ਨੇ। ਅੱਜ ਦੇ ਹਾਲਾਤ ਦੇ ਵਿੱਚ ਇਹਨਾਂ ਨਾਲ ਗੱਲ ਕਰਦੇ ਹਾਂ ਪੰਜਾਬ ਦੇ ਸਿਆਸੀ, ਧਾਰਮਿਕ ਤੇ ਹੋਰ ਮਸਲਿਆਂ ਬਾਰੇ। ਭੌਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਤੇ ਅਸੀਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਜੋ ਮੌਜੂਦਾ ਹਾਲਾਤ ਨੇ ਹੁਣ, ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਐਕਟ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਾਉਣ ਲਈ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ, ਅਤੇ ਹੁਣ ਕਿਸ ਤਰ੍ਹਾਂ ਦੀ ਸੰਭਾਵਨਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਦੇਰ ਤੱਕ ਚੋਣ ਹੋ ਸਕਦੀ ਆ ਜਾਂ ਕਿਹੋ ਜਿਹੇ ਅੱਗੇ ਹਾਲਾਤ ਹੋਣਗੇ? ਦੇਖੋ, ਕੇਂਦਰ ਸਰਕਾਰ ਨੇ ਚੀਫ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਤਾਂ ਕਰ ਦਿੱਤੀ ਹੈ ਜੀ, ਪਰ ਉਹਨੂੰ ਅਜੇ ਤੱਕ ਦਫ਼ਤਰ ਨਹੀਂ ਮਿਲਿਆ ਜੀ, ਨਾ ਉਹਨੂੰ ਸਟਾਫ ਮਿਲਿਆ ਜੀ, ਜਦੋਂ ਤੱਕ ਉਹਨੂੰ ਦਫ਼ਤਰ ਨਹੀਂ ਮਿਲਦਾ ਉਹਦੀ ਵਰਕਿੰਗ ਨਹੀਂ ਸ਼ੁਰੂ ਹੋ ਸਕਦੀ ਜੀ, ਦਫ਼ਤਰ ਮਿਲਣ ਤੋਂ ਬਾਅਦ ਜਦੋਂ ਉਹਨਾਂ ਨੇ ਆਪਣਾ ਦਫ਼ਤਰ ਦਾ ਕੰਮਕਾਜ ਚਾਲੂ ਕਰ ਲਿਆ ਨਾ, ਜੀ, ਫਿਰ ਉਹਨਾਂ ਦਾ ਪਹਿਲਾ ਸਟੈਪ ਹੁੰਦਾ ਜਿਹੜੀਆਂ ਧਿਰਾਂ ਇਹ ਚੋਣ ਲੜਨੀਆਂ ਚਾਹੁੰਦੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਹੈ। ਜੀ, ਫਿਰ ਉਹਨਾਂ ਨਾਲ 2-3 ਮੀਟਿੰਗਾਂ ਤੋਂ ਬਾਅਦ ਜੋ ਇਲੈਕਸ਼ਨ ਰਿਫਾਰਮਸ ਬਾਰੇ ਗੱਲ ਹੋਊਗੀ, ਜੀ, ਵੋਟਾਂ ਕਿਵੇਂ ਬਣਾਈਆਂ ਜਾਣ, ਆਬਜੈਕਸ਼ਨ ਕਿਵੇਂ ਲੱਗਣਗੇ, ਤੇ ਫਿਰ ਉਸ ਤੋਂ ਬਾਅਦ ਜਾ ਕੇ ਚੋਣ ਪ੍ਰੋਗਰਾਮ ਅਨਾਉਂਸ ਹੋਏਗਾ। ਜੀ। ਚੋਣ ਪ੍ਰੋਗਰਾਮ ਅਨਾਉਂਸ ਹੋਣ ਤੋਂ ਬਾਅਦ ਫਿਰ ਕਿਹੜਾ ਕੀ ਪ੍ਰੋਗਰਾਮ ਦਿੰਦੇ ਨੇ, ਉਹ ਕਿਹੜੀ ਤਰੀਕ ਦਿੰਦੇ ਨੇ, ਮੈਨੂੰ ਲੱਗਦਾ ਵੀ 7-8 ਮਹੀਨੇ। ਜਿਹੜਾ ਇੱਕ ਸਹਿਜਧਾਰੀ ਵੋਟਾਂ ਦਾ ਤੇ ਦੂਸਰਾ ਮਸਲਾ ਚੱਲ ਰਿਹਾ ਸੀਗਾ, ਉਹਦੇ ਵਿੱਚ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨੇ ਸੋਧ ਕਰ ਦਿੱਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ ਦੇ ਮੁਤਾਬਕ। ਉਹਦਾ ਹੁਣ ਕੀ ਤਾਜ਼ਾ ਹਾਲਾਤ ਹੈਗੇ ਆ? ਦੇਖੋ, 2003 ਦੇ ਵਿੱਚ ਬੀਜੇਪੀ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਸਹਿਜਧਾਰੀਆਂ ਨੂੰ ਡੀਬਾਰ ਕਰਤਾ ਸੀ ਜੀ, ਪਰ ਕਾਨੂੰਨ ਇਹ ਗੱਲ ਕਹਿੰਦਾ ਹੈ ਵੀ ਕੋਈ ਵੀ ਨੋਟੀਫਿਕੇਸ਼ਨ 6 ਮਹੀਨੇ ਲਈ ਹੁੰਦਾ ਹੈ। 6 ਮਹੀਨੇ ਤੋਂ ਬਾਅਦ ਅਗਰ ਉਹਨੂੰ ਐਕਟ ਬਣਾਉਣਾ ਤਾਂ ਪਾਰਲੀਮੈਂਟ ਦੇ ਵਿੱਚ ਅਮੈਂਡਮੈਂਟ ਕਰਾਉਣੀ ਪੈਂਦੀ ਹੈ। ਜੀ, ਉਹ ਨਹੀਂ ਸੀ ਕਰਾਈ ਤੇ ਸਹਿਜਧਾਰੀ ਹਾਈ ਕੋਰਟ ਚਲੇ ਗਏ। ਹਾਈ ਕੋਰਟ ਵਿੱਚ ਉਹਨਾਂ ਦੇ ਹੱਕ 'ਚ ਕੇਸ ਹੋ ਗਿਆ ਜੀ, ਕਿਉਂਕਿ ਇਹ ਲੀਗਲ ਲਕੂਨਾ ਸੀ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ 'ਚ ਪਾਰਟੀ ਬਣ ਕੇ ਫਿਰ ਸੁਪਰੀਮ ਕੋਰਟ 'ਚ ਗਈ। ਸੁਪਰੀਮ ਕੋਰਟ ਵਿੱਚ ਇਨ ਦੀ ਮੇਨ ਟਾਈਮ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਹੜੀ ਬੀਜੇਪੀ ਦੀ ਸਰਕਾਰ ਦੇ ਉੱਤੇ ਦਬਾਅ ਬਣਾਇਆ। ਦਬਾਅ ਬਣਾਉਣ ਤੋਂ ਬਾਅਦ ਉਹਨਾਂ ਨੇ ਪਾਰਲੀਮੈਂਟ ਵਿੱਚ ਅਮੈਂਡਮੈਂਟ ਕਰ ਦਿੱਤੀ ਤੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਡੀਬਾਰ ਕਰ ਦਿੱਤਾ। ਪਰੰਤੂ ਸੁਪਰੀਮ ਕੋਰਟ ਨੇ ਆਪਣੀ ਰੂਲਿੰਗ ਵਿੱਚ ਇਹ ਲਿਖ ਦਿੱਤਾ ਵੀ ਜੇ ਸਹਿਜਧਾਰੀ ਅਪੀਲ ਵਿੱਚ ਜਾਣਾ ਚਾਹੁਣ ਤਾਂ ਹਾਈ ਕੋਰਟ ਜਾ ਸਕਦੇ। ਜੀ। ਹੁਣ ਜਦੋਂ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਦਾਇਰ ਕੀਤੀ ਹੋਈ ਆ, ਸਹਿਜਧਾਰੀ ਸਿੱਖ ਫੈਡਰੇਸ਼ਨ ਜਿਹੜੀ ਉਹ ਪਰਮਜੀਤ ਸਿੰਘ ਰਾਣੂ ਵਾਲੀ ਅਗਵਾਈ ਦੀ ਹੈਗੀ ਆ, ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਸਕਦੀ ਹੈ? ਦੇਖੋ, ਇਹ ਤਾਂ ਜਿਹੜੇ ਜਸਟਿਸ ਸਾਰੋਂ ਸਾਹਿਬ ਨੂੰ ਲਾਇਆ ਨਾ ਚੀਫ ਇਲੈਕਸ਼ਨ ਕਮਿਸ਼ਨ, ਉਹ ਸਾਰੇ ਹਾਲਾਤ ਦੇਖਣਗੇ ਜੀ, ਜੋ ਉਹਨਾਂ ਨੂੰ ਫਿਰ ਉਹਨਾਂ ਦੀ ਹੋਮ ਮਿਨਿਸਟਰੀ ਆਫ ਇੰਡੀਆ ਤੋਂ ਹਦਾਇਤਾਂ ਲੈਣਗੇ ਤੇ ਉਹਦੇ ਮੁਤਾਬਕ ਸਾਰਾ ਕੁਝ ਹੋਏਗਾ। ਜਿਸ ਤਰ੍ਹਾਂ ਪਹਿਲਾਂ ਵੀ ਜਦੋਂ ਇਹ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਵੇਲੇ ਉਦੋਂ ਚੋਣ ਹੋਈ ਸੀ, ਉਦੋਂ ਵੀ ਇਹਨਾਂ ਦੀ ਮੇਰੇ ਖਿਆਲ ਇਹ ਜਿਹੜੀ ਰਿਟ ਆ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਸੀਗੀ। ਨਹੀਂ, ਉਸ ਵੇਲੇ ਹਾਈ ਕੋਰਟ ਵਿੱਚ ਸੀਗੇ ਉਹ। ਜੀ, ਹਾਈ ਕੋਰਟ ਨੇ ਉਹਨਾਂ ਦੀ ਸੁਣਵਾਈ ਜ਼ਰੂਰ ਕੀਤੀ ਪਰੰਤੂ ਇਲੈਕਸ਼ਨ ਸਟੇ ਨਹੀਂ ਸੀ ਕੀਤੀ। ਜੀ, ਇਲੈਕਸ਼ਨ ਸਟੇ ਨਹੀਂ ਸੀ ਕੀਤੀ ਤੇ ਉਹਦੇ 'ਚ ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਫੈਸਲਾ ਆ ਗਿਆ ਉਹਨਾਂ ਦੇ ਹੱਕ 'ਚ ਹੋ ਗਿਆ, ਪਰੰਤੂ ਫਿਰ ਵੀ ਸੁਪਰੀਮ ਕੋਰਟ ਤੋਂ ਉਹਨਾਂ ਨੇ ਸਹਿਜਧਾਰੀਆਂ ਨੇ ਸਟੇ ਮੰਗਿਆ। ਸਟੇ ਨਹੀਂ ਸੀ ਦਿੱਤਾ ਗਿਆ, ਪਰੰਤੂ ਇਹ ਕਹਿ ਦਿੱਤਾ ਗਿਆ ਸੀ ਵੀ ਜਿਹੜੇ 15 ਅਹੁਦੇਦਾਰ ਤੇ ਐਗਜ਼ੈਕਟਿਵ ਕੰਮ ਕਰਦੀ ਸੀ ਪਹਿਲਾਂ, ਉਹੀ ਕੰਮ ਕਰ। ਹੁਣ ਜਿਹੜਾ ਤਾਜ਼ਾ ਆਪਾਂ ਹਾਲਾਤਾਂ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦਾ ਮੁੱਦਾ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਆ, ਉਹਦੇ ਬਾਰੇ ਤੁਸੀਂ ਹੁਣ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਸਰੂਪ ਨੇ ਉਹਨਾਂ ਨੂੰ ਛਾਪਣ ਦਾ ਜਾਂ ਉਹਨਾਂ ਨੂੰ ਜਿਹੜੇ ਲੋੜਵੰਦ ਜਾਂ ਚਾਹਵਾਨ ਹੈਗੇ ਆ ਉਹਨਾਂ ਨੂੰ ਦੇਣ ਦਾ ਪ੍ਰੋਸੀਜਰ ਕੀ ਹੈ ਸਾਰਾ? ਦੇਖੋ, ਇਹ ਬੜਾ ਟਰਾਂਸਪੇਰੈਂਟ ਪ੍ਰੋਸੀਜਰ ਹੈ। ਜਦੋਂ ਸਰੂਪ ਛਪਣੇ ਹੁੰਦੇ ਆ, ਪਬਲੀਕੇਸ਼ਨ ਡਿਪਾਰਟਮੈਂਟ ਦਾ ਇੰਚਾਰਜ ਸੈਕਟਰੀ ਦੇ ਕੋਲ ਡਿਮਾਂਡ ਲੈ ਕੇ ਜਾਂਦਾ ਜੀ, ਔਰ ਉਹਨੂੰ ਕਹਿੰਦਾ ਵੀ ਇੰਨੇ ਸਰੂਪ ਛਪਣੇ ਆ ਜੀ, ਫਿਰ ਉਹਨੂੰ ਪੇਪਰ ਅਲਾਟ ਹੁੰਦਾ, ਉਹਦਾ ਸਾਰਾ ਰਿਕਾਰਡ ਬਣਦਾ। ਪੇਪਰ ਅਲਾਟ ਹੋਣ ਤੋਂ ਬਾਅਦ ਜਦੋਂ ਪ੍ਰਿੰਟਿੰਗ ਹੁੰਦੀ ਆ, ਫਿਰ ਉਹ ਪ੍ਰਿੰਟਿੰਗ ਦਾ ਰਿਕਾਰਡ ਬਣਦਾ, ਕਿੰਨੇ ਵਰਤੇ ਗਏ ਕਾਗਜ਼ ਤੇ ਕਿੰਨੇ ਵੇਸਟ ਹੋ ਗਏ ਜੀ। ਫਿਰ ਉਸ ਤੋਂ ਬਾਅਦ ਪ੍ਰੂਫ ਰੀਡਿੰਗ ਹੁੰਦੀ ਆ, ਫਿਰ ਪ੍ਰੂਫ ਰੀਡਿੰਗ ਦਾ ਰਿਕਾਰਡ ਬਣਦਾ ਕਿਉਂਕਿ ਪ੍ਰੂਫ ਰੀਡਰਸ ਨੂੰ ਵੀ ਉਹਨਾਂ ਦਾ ਮਿਹਨਤਾਨਾ ਦਿੱਤਾ ਜਾਂਦਾ, ਛਪਾਈ ਵਾਲਿਆਂ ਨੂੰ ਦਿੱਤਾ ਜਾਂਦਾ। ਫਿਰ ਉਹਦੀ ਬਾਈਂਡਿੰਗ ਹੁੰਦੀ ਆ, ਬਾਈਂਡਰਸ ਨੂੰ ਵੀ ਮਿਹਨਤਾਨਾ ਦਿੱਤਾ ਜਾਂਦਾ, ਉਹ ਵੀ ਲਿਖਿਆ ਜਾਂਦਾ। ਜਦੋਂ ਕੰਪਲੀਟ ਹੋ ਕੇ ਸਟੋਰ ਵਿੱਚ ਜਾਂਦੇ ਆ, ਫਿਰ ਸਟੋਰ ਲੈਜ਼ਰਾਂ 'ਚ ਚੜ੍ਹਦੇ ਆ। ਸਟੋਰ ਲੈਜ਼ਰਾਂ ਦੇ ਵਿੱਚ ਸਾਰਾ ਰਿਕਾਰਡ ਮੇਨਟੇਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਸੰਗਤ ਨੂੰ ਦਿੱਤੇ ਜਾਂਦੇ ਆ ਸ਼ਰਧਾਲੂਆਂ ਨੂੰ, ਫਿਰ ਵੀ ਉਹ 2 ਹੈੱਡ ਹੁੰਦੇ ਆ।
ਇੱਕ ਭੇਟਾ ਰਹਿਤ ਤੇ ਇੱਕ ਭੇਟਾ ਸਹਿਤ। ਜੀ ਜੇ ਭੇਟਾ ਰਹਿਤ ਦਿੱਤੇ ਉਹਦਾ ਵੀ ਰਿਕਾਰਡ ਬਣਦਾ, ਜੇ ਭੇਟਾ ਸਹਿਤ ਦਿੱਤੇ ਤਾਂ ਉਹਦਾ ਵੀ ਰਿਕਾਰਡ ਬਣਦਾ। ਜੀ ਇਹ ਸਾਰਾ ਹੀ ਬੜਾ ਟਰਾਂਸਪੇਰੈਂਟ ਸਿਸਟਮ ਹੈ ਤੇ ਇਹ ਮੈਨੂੰ ਸਮਝ ਲੱਗਦਾ ਇਦਾਂ ਆ ਵੀ ਜਦੋਂ ਇੱਕ ਵਾਰੀ ਝੂਠ ਬੋਲ ਪਿਆ ਨਾ ਕੋਈ, ਤੇ ਉਹਨੂੰ ਬਾਰ-ਬਾਰ ਝੂਠ ਬੋਲ ਕੇ ਉਹਨੂੰ ਸੱਚ ਬਣਾਉਣ ਦਾ ਯਤਨ ਹੋ ਰਿਹਾ। ਜੀ ਇਹ ਤੁਸੀਂ ਗੱਲ ਕੀਤੀ ਆ ਕਿ ਜਦੋਂ ਛਪਾਈ ਹੁੰਦੀ ਆ ਉਹਦਾ ਇੱਕ ਵੱਖਰਾ ਰਿਕਾਰਡ ਹੁੰਦਾ, ਛਪਾਈ ਤੋਂ ਬਾਅਦ ਸਟੋਰ ਰੂਮ ਦੇ ਵਿੱਚ ਆ ਜਾਂਦੇ ਆ। ਜਿਹੜਾ ਛਪਾਈ ਵਾਲਾ ਮਹਿਕਮਾ ਉਹਦਾ ਵੱਖਰਾ ਇੰਚਾਰਜ ਆ ਤੇ ਸਟੋਰ ਵਾਲੇ ਦਾ ਵੱਖਰਾ ਇੰਚਾਰਜ ਆ? ਨਹੀਂ, ਉਹਦੇ ਥੱਲੇ ਹੀ ਜਿਹੜਾ ਪਬਲੀਕੇਸ਼ਨ ਡਿਪਾਰਟਮੈਂਟ, ਇਹ ਸਾਰਾ ਜਿਹੜੇ ਡਿਪਾਰਟਮੈਂਟ ਜਿੰਨੇ ਵੀ ਆ ਨਾ SGPC ਦੇ, ਜੀ ਬੇਸ਼ੱਕ ਉਹ ਜਾਇਦਾਦਾਂ ਦਾ ਡਿਪਾਰਟਮੈਂਟ ਹੈ, ਬੇਸ਼ੱਕ ਧਰਮ ਪ੍ਰਚਾਰ ਕਮੇਟੀ ਹੈ, ਬੇਸ਼ੱਕ ਵਿਦਿਅਕ ਅਦਾਰੇ ਨੇ, ਜੀ ਜਾਂ ਆਪਣੇ ਸੈਕਸ਼ਨ 85 ਹੈ, ਸੈਕਸ਼ਨ 87 ਹੈ, ਪਬਲੀਕੇਸ਼ਨ ਹੈ, ਆਪਣਾ ਫਿਰ ਪਬਲਿਸਿਟੀ ਹੈ, ਇਹਨਾਂ ਸਾਰਿਆਂ ਦਾ ਇੱਕ ਸਿਸਟਮ ਹੈ। ਜੀ ਹਰ ਡਿਪਾਰਟਮੈਂਟ ਦੇ ਵਿੱਚ ਜਿੱਥੇ ਪਹਿਲਾਂ ਕਲੈਰੀਕਲ ਸਟਾਫ ਹੁੰਦਾ, ਸੇਵਾਦਾਰ ਕਲੈਰੀਕਲ ਸਟਾਫ, ਫਿਰ ਉਹਨਾਂ ਦੇ ਉੱਪਰ ਇੱਕ ਸੁਪਰਵਾਈਜ਼ਰ ਹੁੰਦਾ, ਜੀ ਸੁਪਰਵਾਈਜ਼ਰਾਂ ਦੇ ਉੱਪਰ ਡਿਪਟੀ ਸੈਕਟਰੀ, ਮੀਤ ਸਕੱਤਰ ਹੁੰਦਾ, ਮੀਤ ਸੈਕਟਰੀ ਦੇ ਉੱਤੇ ਐਡੀਸ਼ਨਲ ਸੈਕਟਰੀ ਹੁੰਦਾ, ਐਡੀਸ਼ਨਲ ਸੈਕਟਰੀ ਦੇ ਉੱਪਰ ਸੈਕਟਰੀ ਹੁੰਦਾ, ਸੈਕਟਰੀ ਤੋਂ ਉੱਪਰ ਫਿਰ ਚੀਫ ਸੈਕਟਰੀ। ਤੇ ਜਿਹੜੇ ਸਰੂਪ ਜਿੱਦਾਂ ਤੁਸੀਂ ਕਿਹਾ ਦੋ ਢੰਗ ਤਰੀਕੇ ਨਾਲ ਦਿੱਤੇ ਜਾਂਦੇ ਆ, ਇੱਕ ਭੇਟਾ ਰਹਿਤ ਤੇ ਇੱਕ ਭੇਟਾ ਸਹਿਤ, ਉਹ ਭੇਟਾ ਰਹਿਤ ਕਿਹਨਾਂ ਨੂੰ ਦਿੱਤੇ ਜਾਂਦੇ ਆ ਤੇ ਭੇਟਾ ਲੈ ਕੇ ਕਿਹਨਾਂ ਨੂੰ ਦਿੱਤੇ ਜਾਂਦੇ ਆ? ਕਿਸੇ ਨੂੰ ਵੀ ਦਿੱਤੇ ਜਾਣ, ਉਹਨਾਂ ਦਾ ਰਿਕਾਰਡ ਹੁੰਦਾ। ਨਹੀਂ ਮਤਲਬ ਇਹ ਕਿੱਦਾਂ ਤੈਅ ਕੀਤਾ ਜਾਂਦਾ ਕਿ ਇਹਨੂੰ ਭੇਟਾ ਰਹਿਤ ਦਿੱਤਾ ਕੁਝ ਜਾਏਗਾ? ਸੰਸਥਾਵਾਂ ਇਦਾਂ ਧਰਮ ਪ੍ਰਚਾਰ ਦਾ ਕੰਮ ਕਰਦੀਆਂ, ਠੀਕ ਹੈ ਐਗਜ਼ੈਕਟਿਵ ਉਹਨਾਂ ਨੂੰ ਭੇਟਾ ਰਹਿਤ ਵੀ ਦੇ ਸਕਦੀ ਹੈ। ਜੀ ਉਹ ਕਿਹਦੇ ਹੁਕਮ ਤੇ ਦਿੱਤੇ ਜਾਂਦੇ ਭੇਟਾ ਰਹਿਤ? ਐਗਜ਼ੈਕਟਿਵ ਦੇ ਵਿੱਚ ਮਤਾ ਹੁੰਦਾ ਹੈ ਜੀ, ਜਾਂ ਪ੍ਰਧਾਨ ਜੀ ਵੀ ਆਪਣੀ ਉਹਨਾਂ ਦੀ ਆਗਿਆ ਕਰ ਸਕਦੇ। ਠੀਕ ਹੈ। ਤੇ ਉਸ ਤੋਂ ਇਲਾਵਾ ਜਦੋਂ ਇਹੋ ਸਟੋਰ ਤੋਂ ਜਿੱਥੇ ਤੁਸੀਂ ਕਹਿੰਦੇ ਹੋ ਕਿ ਉੱਥੇ ਸਰੂਪ ਦਰਜ ਹੋ ਜਾਂਦੇ ਆ, ਉਹਦਾ ਰਿਕਾਰਡ ਹੁੰਦਾ, ਬਕਾਇਦਾ ਰਜਿਸਟਰ ਹੋਊਗਾ। ਮੈਂ ਸੁਣਿਆ ਕਿ 3 ਤਰ੍ਹਾਂ ਦੇ ਰਜਿਸਟਰ ਉੱਥੇ ਰੱਖੇ ਜਾਂਦੇ ਆ। ਉਹਦੇ ਵਿੱਚੋਂ ਫਿਰ ਜਦੋਂ ਕੋਈ ਭੇਟਾ ਰਹਿਤ ਜਾਂ ਭੇਟਾ ਸਹਿਤ ਜਿਹੜਾ ਵੀ ਕੋਈ ਲੈਣ ਜਾਂਦਾ, ਉਹਨੂੰ ਕਿਹਦੇ ਹੁਕਮਾਂ ਤੇ ਉਹ ਜਾਰੀ ਕੀਤੇ ਜਾਂਦੇ ਆ? ਨਹੀਂ, ਉਹ ਤਾਂ ਜਿਹੜਾ ਕੰਸਰਨਡ ਬੰਦਾ ਹੁੰਦਾ ਨਾ ਉੱਥੇ, ਜਿਸ ਬੰਦੇ ਨੂੰ ਇਹ ਅਧਿਕਾਰ ਦਿੱਤਾ ਹੁੰਦਾ ਵੀ ਸੰਗਤ ਜਦੋਂ ਆਉਂਦੀ ਹੈ ਕਿਹਨੇ ਹੈਂਡਓਵਰ ਕਰਨੇ ਰਿਕਾਰਡ ਬਣਾਉਣ ਤੋਂ ਬਾਅਦ, ਉਹ ਜ਼ਿੰਮੇਵਾਰੀ ਉਹਦੀ ਹੁੰਦੀ ਹੈ। ਹੁਣ ਮੈਂ ਤਾਂ ਇਸ ਗੱਲ ਨੂੰ ਵੀ ਬੜੀ ਹਾਸ ਹੋਈ ਨਹੀਂ ਸਮਝਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਇਸ਼ਤਿਹਾਰ ਦਿੱਤਾ ਜਾਣਾ ਵੀ ਸਾਡੇ ਸਰੂਪ ਜੀ ਗੁੰਮ ਹੋ ਗਏ, ਜੇ ਕਿਸੇ ਕੋਲ ਜਾਣਕਾਰੀ ਆ ਤਾਂ ਸਾਨੂੰ ਦੱਸੇ, ਅਸੀਂ ਜਾਣਕਾਰੀ ਗੁਪਤ ਰੱਖਾਂਗੇ। ਐਡੇ ਟਰਾਂਸਪੇਰੈਂਟ ਸਿਸਟਮ ਦੇ ਵਿੱਚ ਇਸ਼ਤਿਹਾਰ ਦੇ ਕੇ ਹੋਰ ਆਪਣੀ ਜਿਹੜੀ ਆਪਣੇ ਇਨਸਲਟ ਕਰਵਾਈ ਜਾ ਰਹੀ ਹੈ ਸੰਸਥਾ ਦੀ। ਉਹਨਾਂ ਦਾ ਕਹਿਣਾ ਇਹ ਆ ਕਿ ਜਿਹੜੇ ਬੰਦੇ ਨੇ ਉਹ ਸਰੂਪ ਦਿੱਤੇ ਸੀਗੇ, ਕਮਲਜੀਤ ਸਿੰਘ ਸ਼ਾਇਦ ਉਹਦਾ ਨਾਂ ਹੈ, ਕਿ ਉਹਨੇ ਜਿਹੜਾ ਰਿਕਾਰਡ ਹੈ ਉਹ ਖੁਰਦ-ਬੁਰਦ ਕਰਤਾ, ਕਿ ਉਹ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਹੈ ਨਹੀਂ। ਜੀ ਜਿੰਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿਰੋਧੀ ਰਿਕਾਰਡ ਲੈ ਕੇ ਆਏ ਆ, ਇਹਨਾਂ ਦੇ ਦਫ਼ਤਰਾਂ 'ਚੋਂ ਕੱਢ ਕੇ ਲਿਆਏ ਨਾ ਜੀ, ਤੇ ਉਹ ਇਹਨਾਂ ਦੇ ਕੋਲ ਪਿਆ, ਦੱਸ ਦੇਣ ਕੌਮ ਨੂੰ ਕੀ ਹੈ। ਤੇ ਇੱਕ ਇਹਦੇ ਨਾਲ ਹੀ ਜੁੜਿਆ ਹੋਇਆ ਹੋਰ ਮੁੱਦਾ, ਜਿਹੜਾ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੀ ਬੜੀ ਦੇਰ ਤੋਂ ਚੁੱਕ ਰਹੇ ਆ, ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਚੁੱਕਿਆ, ਕਿ ਜਿਹੜੇ ਉਦੋਂ 84 ਦੇ ਫੌਜੀ ਹਮਲੇ ਵੇਲੇ ਲੈ ਗਏ ਸੀਗੇ ਫੌਜ ਚੱਕ ਕੇ, ਹੱਥ ਲਿਖਤ ਬੀੜਾਂ ਜਾਂ ਹੋਰ ਬਹੁਤ ਸਾਰਾ ਜਿਹੜਾ ਪੰਥ ਦਾ ਰਿਕਾਰਡ ਸੀ, ਕਿ ਉਹ CBI ਕਹਿੰਦੀ ਹੈ ਕਿ ਅਸੀਂ ਵਾਪਸ ਮੋੜਤਾ। ਉਹਦਾ ਕੀ ਬਣਿਆ ਜੀ? ਦੇਖੋ, ਉਹ ਜਿਹੜੇ ਸਵਾਲ ਕਰਦੇ ਆ ਉਹ SGPC ਨੂੰ ਉਹਦਾ ਜਵਾਬ ਦੇਣਾ ਚਾਹੀਦਾ। ਸਾਡੇ ਸਮੇਂ ਦੇ ਉੱਤੇ 2 ਟਰੰਕ ਆਏ ਸੀ ਜਿਹੜੇ ਸਰਦਾਰ ਦਲਮੇਕ ਸਿੰਘ ਨੇ ਟੇਕ ਓਵਰ ਕੀਤੇ ਸੀ ਜੀ, ਔਰ ਉਹਨੇ ਐਗਜ਼ੈਕਟਿਵ 'ਚ ਆ ਕੇ ਦੱਸਿਆ ਸੀ ਵੀ ਉਹਦੇ ਵਿੱਚ 2 ਜੰਗਾਲ ਖਾਦੇ ਪਿਸਤੌਲ ਆ ਜੀ, ਤੇ ਕੁਝ ਹੋਰ ਐਵੇਂ ਫਾਲਤੂ ਦੇ ਕਾਗਜ਼ ਸੀ, ਹੋਰ ਉਹਦੇ 'ਚ ਕੁਝ ਨਹੀਂ ਸੀ ਜੀ। ਇਸ ਤੋਂ ਇਲਾਵਾ ਜਿਹੜੇ ਮਤਲਬ ਇਹ ਕਹਿੰਦੇ ਆ ਕਿ CBI ਨੇ ਉਹ ਜਿਹੜੇ ਹੱਥ ਲਿਖਤ ਬੀੜਾਂ ਜਾਂ ਹੋਰ ਸਾਰੇ ਉਹ ਵਾਪਸ ਦੇਤੇ ਸੀ ਸ਼੍ਰੋਮਣੀ ਕਮੇਟੀ ਨੂੰ, ਉਹ ਤੁਹਾਡੇ ਟਰਮ ਤੋਂ ਬਾਅਦ 'ਚ ਸੀਗੇ ਜਾਂ ਕਦੋਂ ਹੋਇਆ? ਇਹ ਸਾਡਾ ਕੰਮ ਨਹੀਂ ਹੁੰਦਾ ਇਹ ਜੀ, ਜਿਹੜਾ ਐਗਜ਼ੈਕਟਿਵ ਤੇ ਆਫਿਸ ਬੀਰਰ ਦਾ ਕੰਮ ਹੁੰਦਾ ਸਿਰਫ ਮੀਟਿੰਗ ਤੇ ਜਾਣਾ ਜੀ, ਔਰ ਵੱਖ-ਵੱਖ ਡਿਪਾਰਟਮੈਂਟ ਦਾ ਜਿਹੜੇ ਕੋਈ ਮਸਲੇ ਆ ਉਹ ਏਜੰਡੇ ਦੇ ਰੂਪ ਵਿੱਚ ਆਉਂਦੇ ਆ ਜੀ, ਉਹ ਪ੍ਰਧਾਨ ਦੇ ਦਸਖਤਾਂ ਨਾਲ ਚੀਫ ਸੈਕਟਰੀ ਲੈ ਕੇ ਆਉਂਦਾ ਸੀ, ਸਿਰਫ ਉਹ 'ਤੇ ਕਮੈਂਟ ਕਰਨਾ ਹੁੰਦਾ ਜੀ। ਦਫ਼ਤਰੀ ਕੰਮ ਹੈ ਜਿੱਦਾਂ ਤੁਹਾਨੂੰ ਦੱਸ ਚੁੱਕਾ, ਇਦਾਂ ਹੀ ਹੁੰਦਾ ਜੀ। ਉਹ ਜਿਹੜੇ ਤਨਖਾਹਦਾਰ ਮੁਲਾਜ਼ਮ ਹੈ ਉਹੀ ਕਰਦੇ ਆ ਜੀ। ਤੇ ਉਹ ਉਹਨਾਂ ਦਾ ਹੀ ਜ਼ਿੰਮੇਵਾਰੀ ਹੁੰਦੀ। ਤੇ ਹੁਣ ਜਿਹੜਾ ਇਸ ਮਾਮਲੇ ਤੋਂ ਤੈਸ਼ ਵਿੱਚ ਆ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਡਾਂਗਾਂ ਵਾਲਾ ਬਿਆਨ ਦਿੱਤਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹਨੂੰ ਚੰਗਾ ਨਹੀਂ ਸਮਝਦਾ। ਇਹ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰਨ ਵਾਲਾ ਬਿਆਨ ਹੈ ਜੀ, ਔਰ ਜਥੇਦਾਰ ਸਾਹਿਬ ਸਾਰੀ ਕੌਮ ਦੇ ਜਥੇਦਾਰ ਹੈ, ਉਹਨਾਂ ਨੂੰ ਇੱਕ ਧਿਰ ਦਾ ਪੱਖ ਨਹੀਂ ਸੀ ਪੂਰਨਾ ਚਾਹੀਦਾ ਤੇ ਉਹਨਾਂ ਨੂੰ ਕੌਮੀ ਗੱਲ ਕਰਨੀ ਚਾਹੀਦੀ ਸੀ। ਉਹਨਾਂ ਨੂੰ ਸਾਂਝੀ ਗੱਲ ਕਰਕੇ ਸਗੋਂ ਰੁੱਸਿਆਂ ਨੂੰ ਇੱਕ ਪਾਸੇ ਤਾਂ ਕਹਿੰਦੇ ਬੁੱਕਲ 'ਚ ਲੈਣਾ ਜੀ, ਇੱਕ ਪਾਸੇ ਕਹਿੰਦੇ ਡਾਂਗਾਂ ਨਾਲ ਕੁੱਟਣੇ ਜੀ। ਤੇ ਜੇ ਕੋਈ ਆਉਂਦਾ, ਜੇ ਕੋਈ ਸਵਾਲ ਹੈ ਉਹਦਾ, ਤੇ ਉਹ ਗੁਰਦੁਆਰਾ ਐਕਟ ਵੀ ਇਸ ਗੱਲ ਦੀ ਆਗਿਆ ਦਿੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਧਿਕਾਰੀ ਜੇ ਕੋਈ ਗਲਤ ਕੰਮ ਕਰਦੇ ਆ ਉਹਨਾਂ ਦੀ ਪੁੱਛਗਿੱਛ ਹੋ ਸਕਦੀ।
ਉਹਨਾਂ ਦਾ ਕਹਿਣਾ ਕਿ ਜਿਵੇਂ ਉਹਨਾਂ ਨੇ ਆ ਕੇ ਉੱਥੇ ਧਰਨਾ ਲਾਇਆ, ਉਹ ਧਰਨਾ ਕਿਸੇ ਰਾਜਸੀ ਆਗੂ ਦੇ ਖਿਲਾਫ ਤਾਂ ਹੋ ਸਕਦਾ ਕਿ ਗੁਰਦੁਆਰਾ ਸਾਹਿਬ ਦੇ ਖਿਲਾਫ ਜਾਂ ਸ਼੍ਰੋਮਣੀ ਕਮੇਟੀ ਦੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਇਦਾਂ ਧਰਨੇ ਨਹੀਂ ਸੀ ਲਾਉਣੇ ਚਾਹੀਦੇ। ਮੈਂ ਕਹਿੰਦਾ ਮਹੀਨਾ ਬੈਠੇ ਰਹੇ ਜਥੇਦਾਰ ਸਾਹਿਬ ਆ ਕੇ ਉਹਨਾਂ ਨੂੰ ਸਮਝਾਉਂਦੇ, ਜੀ, ਉਹਨਾਂ ਨੂੰ ਕਹਿੰਦੇ ਵੀ ਧਰਨਾ ਇੱਥੇ ਨਹੀਂ ਲੱਗ ਸਕਦਾ, ਇਦਾਂ ਨਹੀਂ ਹੋ ਸਕਦਾ। ਜਥੇ ਬਾਕੀ ਕਿਸੇ ਰਾਜਨੀਤਿਕ ਬੰਦੇ ਦਾ, ਕਿਸੇ ਧਿਰ ਨਾਲ ਸੰਬੰਧਿਤ ਬੰਦੇ ਦਾ ਤਾਂ ਵਿਰੋਧ ਹੋ ਸਕਦਾ, ਜਥੇਦਾਰ ਸਾਹਿਬ ਦਾ ਕਾਹਦਾ ਵਿਰੋਧ ਸੀ? ਬਿਲਕੁਲ। ਜਥੇਦਾਰ ਸਾਹਿਬ ਜਾ ਕੇ ਉਹਨਾਂ ਨੂੰ ਸਮਝਾ ਦਿੰਦੇ ਵੀ ਨਾ ਬਈ ਇੱਥੇ ਧਰਨਾ ਨਾ ਲਾਓ। ਜੀ, ਕਿਵੇਂ ਨਾ ਮੰਨਦੇ ਉਹਨਾਂ ਦੀ ਗੱਲ ਉਹ। ਮਿਹਰਬਾਨੀ ਜੀ ਭੌਰ ਸਾਹਿਬ, ਜੇ ਕਿਤੇ ਹੋਰ ਮੌਕਾ ਮਿਲਿਆ ਆਪਾਂ ਫੇਰ ਇਸ ਤਰ੍ਹਾਂ ਦੀ ਵਿਚਾਰ ਕਰਾਂਗੇ। ਇਹ ਸਨ ਜਥੇਦਾਰ ਸੁਖਦੇਵ ਸਿੰਘ ਜੀ ਭੌਰ, ਜਿਨ੍ਹਾਂ ਨੇ ਅੱਜ ਦੇ ਤਾਜ਼ਾ ਧਾਰਮਿਕ ਹਾਲਾਤਾਂ ਬਾਰੇ, ਪੰਥਕ ਮੁੱਦਿਆਂ ਬਾਰੇ ਬੜਾ ਖੁੱਲ੍ਹ ਕੇ ਆਪਣੇ ਵਿਚਾਰ ਦੱਸੇ ਨੇ। ਅਸੀਂ ਫੇਰ ਵੀ ਇਸ ਤਰ੍ਹਾਂ ਦੇ ਕਿਸੇ ਹੋਰ ਮੁੱਦੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।